हेलो एवरीवन। ਅੱਜ ਆਪਾਂ ਅਗੇਨ ਸਟਾਰਟ ਕਰਨ ਜਾ ਰਹੇ ਹਾਂ ਪ੍ਰੈਕਟਿਸ ਸੀਰੀਜ਼ ਫॉर ਮਾਸਟਰ ਕੇਡਰ ਸਾਇੰਸ ਕੈਮਿਸਟਰੀ ਦੇ ਥਰਡ ਟੌਪਿਕ ਦੀ, ਦੈਟ ਇਜ਼ ਦੀ ਕੈਮੀਕਲ ਬੌਂਡਿੰਗ। ਕੈਮੀਕਲ ਬੌਂਡਿੰਗ ਦਾ ਫਸਟ ਪਾਰਟ ਹੈ ਜਿਹੜਾ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਲੈਟਸ ਕੰਟੀਨਿਊ ਦਿਸ। ਫਸਟ ਕੁਐਸਚਨ ਹੈ, ਦ ਲੀਨੀਅਰ ਸਟਰਕਚਰ ਇਜ਼ ਨਾਟ ਅਸਿਊਮਡ ਬਾय। ਤਾਂ ਕਿਹੜਾ ਇਹਨਾਂ ਦੇ ਵਿੱਚੋਂ ਹੋਏਗਾ? ਦੈਟ ਇਜ਼ ਦੀ ਆਪਸ਼ਨ ਨੰਬਰ ਏ, ਬਿਕੋਜ਼ ਆਪਸ਼ਨ ਨੰਬਰ ਬੀ CS2 ਇਹਦੀ ਕੀ ਹੋਏਗੀ? ਲੀਨੀਅਰ ਸਟਰਕਚਰ ਹੋਏਗੀ, ਬਿਲਕੁਲ CO2 ਦੀ ਤਰ੍ਹਾਂ ਐਗਜ਼ਿਸਟ ਕਰੇਗਾ। NO2 ਪੋਜ਼ੀਟਿਵ ਇਹਦੀ ਵੀ ਲੀਨੀਅਰ ਹੋਏਗੀ। HCN ਦੀ ਵੀ ਲੀਨੀਅਰ ਹੈ ਜਿਹੜੀ ਉਹ ਐਗਜ਼ਿਸਟ ਕਰਦੀ ਹੈ। ਨੈਕਸਟ ਆ ਗਿਆ, ਵਿਚ ਆਫ ਦੀ ਫੋਲੋਇੰਗ ਮੋਲੀਕਿਊਲ ਡਜ਼ਨਟ ਹੈਵ ਡਾਈਪੋਲ ਮੂਵਮੈਂਟ ਗ੍ਰੇਟਰ ਦੈਨ 0। ਤਾਂ ਹੁਣ ਆਪਾਂ ਇਹਦੇ ਵਿੱਚੋਂ ਇਹ ਚੀਜ਼ ਚੈੱਕ ਕਰਨੀ ਹੈ ਕਿ ਜਿਹਦਾ ਡਾਈਪੋਲ ਮੂਵਮੈਂਟ ਹੈ ਜਿਹੜਾ 0 ਤੋਂ ਗ੍ਰੇਟਰ ਨਹੀਂ ਹੈ, ਯਾਨੀ ਕਿ ਕਿਹੜਾ ਆਏਗਾ? CCl4। CCl4 ਦੇ ਕੇਸ ਦੇ ਵਿੱਚ ਕੀ ਹੋਏਗਾ? ਜੋ ਇਹਦੀ ਡਾਈਪੋਲ ਮੂਵਮੈਂਟ ਦਾ ਕੇਸ ਹੋਏਗਾ ਉਹ ਸਾਰੇ ਇੱਕ ਦੂਜੇ ਨਾਲ ਕੈਂਸਲ ਆਊਟ ਹੋ ਕੇ ਵੈਲਿਊ ਕੀ ਹੋਏਗੀ? 0 ਹੋ ਜਾਏਗੀ। ਮੀਨਸ ਇਹਦੀ ਵੈਲਿਊ ਹੈ ਜਿਹੜੀ 0 ਤੋਂ ਜ਼ਿਆਦਾ ਨਹੀਂ ਹੋਏਗੀ। ਬਾਕੀ ਸਾਰੇ ਕੀ ਨੇਗੇ? ਅਨਸਿਮੈਟ੍ਰੀਕਲ ਨੇਗੇ, ਦੈਟਸ ਵਾਈ ਉਹਨਾਂ ਦਾ ਡਾਈਪੋਲ ਮੂਵਮੈਂਟ ਹੈ ਜੋ 0 ਤੋਂ ਜ਼ਿਆਦਾ ਹੋਏਗਾ। ਨੈਕਸਟ ਆ ਗਿਆ, ਵਿਚ ਹਾਈਬ੍ਰਿਡ ਸਟੇਟ ਕੈਨ ਨਾਟ ਬੀ ਸ਼ੋਨ ਬਾਈ ਕਾਰਬਨ। ਤੇ ਕਾਰਬਨ ਦੁਆਰਾ ਕਿਹੜੀ ਨਹੀਂ ਸ਼ੋ ਕੀਤੀ ਜਾਏਗੀ ਹਾਈਬ੍ਰਿਡਾਈਜੇਸ਼ਨ? ਵੈਰੀ ਮੱਚ ਕਲੀਅਰ, sp3d, ਬਿਕੋਜ਼ ਜਿਹੜਾ ਕਾਰਬਨ ਹੈ ਉਹਦੀ ਕੌਨਫੀਗਰੇਸ਼ਨ ਕੀ ਹੁੰਦੀ ਹੈ? 1s2 2s2 2p2, ਮੀਨਸ ਡੀ ਔਰਬਿਟਲ ਹੈ ਜਿਹੜਾ ਉਹਦੇ ਵਿੱਚ ਐਗਜ਼ਿਸਟ ਨਹੀਂ ਕਰਦਾ। ਦੈਟਸ ਵਾਈ ਜਿਹੜੀ ਹਾਈਬ੍ਰਿਡਾਈਜੇਸ਼ਨ ਉਹ ਕਦੇ ਵੀ ਡੀ ਔਰਬਿਟਲ ਵਾਲੀ ਐਗਜ਼ਿਸਟ ਨਹੀਂ ਕਰੇਗੀ। ਦੈਟਸ ਵਾਈ ਦਾ ਥਰਡ ਦਾ ਜਿਹੜਾ ਆਨਸਰ ਬਣ ਰਿਹਾ ਉਹ ਹੈਗਾ ਆਪਸ਼ਨ ਨੰਬਰ ਏ। ਨੈਕਸਟ ਆ ਗਿਆ ਕੁਐਸਚਨ ਨੰਬਰ 4, ਦ ਨੰਬਰ ਐਂਡ ਦੀ ਟਾਈਪ ਆਫ ਬੌਂਡਸ ਬਿਟਵੀਨ ਦੀ 2 ਕਾਰਬਨ ਐਟਮ ਇਨ ਕੈਲਸ਼ੀਅਮ ਕਾਰਬਾਈਡ ਇਜ਼। ਆਨਸਰ ਕੀ ਆਏਗਾ? ਇੱਥੇ ਅਗੇਨ 4 ਆਪਸ਼ਨਸ ਦਿੱਤੀਆਂ ਹੋਈਆਂ ਨੇ, ਤਾਂ ਆਪਣੇ ਕੋਲ ABCD ਦੇ ਵਿੱਚੋਂ ਆਪਾਂ ਜਸਟ ਹੀ ਚੈੱਕ ਕਰਨਾ ਕੈਲਸ਼ੀਅਮ ਕਾਰਬਾਈਡ CaC2 ਹੁੰਦਾ ਨਾ ਫਾਰਮੂਲਾ, CaC2 ਦੇ ਵਿੱਚ ਆਪਾਂ ਇਹ ਚੈੱਕ ਕਰਨਾ ਵੀ ਕਿੰਨੇ ਆਪਣੇ ਕੋਲ ਪਾਈ ਬੌਂਡ ਹੋਣਗੇ, ਕਿੰਨੇ ਸਿਗਮਾ ਬੌਂਡ ਹੋਣਗੇ। ਅਗਰ ਆਪਾਂ ਇਹਦੀ ਸਟਰਕਚਰ 'ਤੇ ਜਾਈਏ ਤਾਂ ਆਪਣੇ ਕੋਲ ਇਹਦੇ ਵਿੱਚ ਕੀ ਹੁੰਦੇ ਨੇਗੇ? 2 ਪਾਈ ਬੌਂਡ ਹੁੰਦੇ ਆ, 1 ਸਿਗਮਾ ਬੌਂਡ ਹੁੰਦਾ। ਮੀਨਸ ਆਪਸ਼ਨ ਨੰਬਰ B ਹੈ ਜਿਹੜਾ ਇਹਦਾ ਰਾਈਟ ਆਨਸਰ ਬਣ ਰਿਹਾ। ਨੈਕਸਟ ਆ ਗਿਆ ਕੁਐਸਚਨ ਨੰਬਰ 5, ਦ ਫਾਰਮੇਸ਼ਨ ਆਫ ਅਡਕਟ ਬਿਟਵੀਨ NH3 ਐਂਡ BF3 ਇਨਵੋਲਵਸ ਦੀ ਫਾਰਮੇਸ਼ਨ ਆਫ। ਕੀ ਆਏਗਾ ਇਹਦਾ ਆਨਸਰ? ਆਇਨਿਕ ਬੌਂਡ, ਕੋਵੈਲੈਂਟ ਬੌਂਡ, ਕੋਆਰਡੀਨੇਟ ਬੌਂਡ ਐਂਡ ਦੀ ਹਾਈਡਰੋਜਨ ਬੌਂਡ। ਅਗਰ ਆਪਾਂ NH3 ਤੇ BF3 ਦੀ ਗੱਲ ਕਰੀਏ ਤਾਂ ਇਸ ਕੇਸ ਦੇ ਵਿੱਚ ਜਿਹੜਾ C ਆਪਸ਼ਨ ਹੈ ਉਹ ਰਾਈਟ ਆਨਸਰ ਬਣੇਗਾ, ਕੋਆਰਡੀਨੇਟ ਬੌਂਡ। ਬਿਕੋਜ਼ ਜਿਹੜਾ NH3 ਹੈਗਾ ਉਹ ਵੀ ਕੰਪਾਊਂਡ ਹੈ, BF3 ਵੀ ਕੰਪਾਊਂਡ ਹੈ। NH3 ਕੋਲ ਇੱਕ ਐਕਸਟਰਾ ਲੋਨ ਪੇਅਰ ਹੁੰਦਾ ਹੈਗਾ ਐਂਡ BF3 ਕੋਲ ਕੀ ਹੁੰਦੀ ਹੈਗੀ? ਲੋਨ ਪੇਅਰਸ ਦੀ ਡੈਫੀਸ਼ੀਐਂਸੀ ਹੁੰਦੀ ਹੈ। ਮੀਨਸ ਕੀ ਕਰੂਗਾ? NH3 ਹਮੇਸ਼ਾ ਡੋਨੇਸ਼ਨ ਕਰਦਾ ਰਹੂਗਾ BF3 ਨੂੰ, ਤੇ ਕੋਆਰਡੀਨੇਟ ਬੌਂਡ ਹੈ ਜਿਹੜਾ ਐਸੋਸੀਏਟ ਕਰ ਲੂਗਾ। ਦੈਟਸ ਵਾਈ ਦਾ ਆਨਸਰ ਇਜ਼ ਦੀ C ਆਨਸਰ। ਨੈਕਸਟ ਆ ਗਿਆ, ਦ ਸ਼ੇਪ ਆਫ ਦੀ ClO3-। ਅਗਰ ਆਪਾਂ ਇਹਦੀ ਸਟਰਕਚਰ ਨੂੰ ਡਰਾ ਕਰੀਏ ਔਨ ਦੀ ਬੇਸਿਸ ਆਫ ਦੀ ਹਾਈਬ੍ਰਿਡਾਈਜੇਸ਼ਨ, ਇਸ ਕੇਸ ਦੇ ਵਿੱਚ ਸਾਡੇ ਕੋਲ ਕੀ ਬਣੇਗਾ? ਪਿਰਾਮਿਡਲ ਸਟਰਕਚਰ ਬਣੇਗੀ। ਨੈਕਸਟ ਆ ਗਿਆ ਕੁਐਸਚਨ ਨੰਬਰ 7, ਦ CH ਬੌਂਡ ਡਿਸਟੈਂਸ ਇਜ਼ ਲੌਂਗੈਸਟ ਇਨ। ਤਾਂ ਆਪਾਂ ਇਹਦੇ ਵਿੱਚੋਂ ਇਹ ਚੀਜ਼ ਚੈੱਕ ਕਰਨੀ ਹੈ ਕਿ CH ਬੌਂਡ ਕਿਹੜੇ ਕੇਸ ਦੇ ਵਿੱਚ ਸਭ ਤੋਂ ਜ਼ਿਆਦਾ ਲੌਂਗੈਸਟ ਹੋਏਗਾ? ਇਹ ਹੋਏਗਾ C ਆਪਸ਼ਨ ਦੇ ਵਿੱਚ, C2H4Br2। ਨੈਕਸਟ ਆ ਗਿਆ, ਵਿਚ ਆਫ ਦੀ ਮੋਸਟ ਆਇਨਿਕ, ਵਿਚ ਇਜ਼ ਦੀ ਮੋਸਟ ਆਇਨਿਕ। ਤਾਂ ਇਹਨਾਂ ਦੇ ਵਿੱਚੋਂ ਆਪਾਂ ਇਹ ਚੀਜ਼ ਚੈੱਕ ਕਰਨੀ ਹੈ ਵੀ ਕਿਹੜਾ ਆਇਨਿਕ ਰਹੇਗਾ। ਤਾਂ B ਆਪਸ਼ਨ ਹੈ ਜਿਹੜਾ ਉਹ ਮੈਕਸਿਮਮ ਸੁਟੇਬਲ ਰਹੇਗਾ, ਦੈਟ ਇਜ਼ ਦੀ ਮੈਗਨੀਜ਼ ਆਕਸਾਈਡ। ਨੈਕਸਟ ਆ ਗਿਆ ਕੁਐਸਚਨ ਨੰਬਰ 9, ਅਮੰਗ ਦੀ ਫੋਲੋਇੰਗ ਸਪੀਸੀਜ਼ ਆਈਡੈਂਟੀਫਾਈ ਦੀ ਆਈਸੋਸਟਰਕਚਰਲ ਪੇਅਰ। ਆਨਸਰ ਆਏਗਾ ਇਸ ਕੇਸ ਦੇ ਵਿੱਚ ਸਾਡੇ ਕੋਲ C ਆਪਸ਼ਨ। ਤਾਂ ਆਪਾਂ ਜਸਟ ਇਹਦੇ ਵਿੱਚ ਆਈਸੋਸਟਰਕਚਰਲ ਮੀਨਸ ਜਿਨ੍ਹਾਂ ਦੀ ਸਟਰਕਚਰ ਵਾਈਜ਼ ਸੇਮ ਆਈਡੈਂਟੀਟੀ ਬਣਦੀ ਹੋਵੇ ਤਾਂ ਉਹ ਕੀ ਹੋਣਗੇ? ਆਈਸੋਸਟਰਕਚਰਲ ਪੇਅਰ ਹੋਣਗੇ। ਤਾਂ ਇਸ ਦੇ ਬੇਸ 'ਤੇ ਜਿਹੜਾ ਆਨਸਰ ਬਣ ਰਿਹਾ ਹੋਏਗਾ ਆਪਸ਼ਨ ਨੰਬਰ C। ਆ ਗਿਆ ਕੁਐਸਚਨ ਨੰਬਰ 10, ਜਿਹਦੀ ਸਟੇਟਮੈਂਟ ਹੈ, ਦ ਜਿਓਮੈਟਰੀ ਐਂਡ ਦੀ ਟਾਈਪ ਆਫ ਹਾਈਬ੍ਰਿਡ ਔਰਬਿਟਲ ਪ੍ਰੈਜ਼ੈਂਟ ਅਬਾਊਟ ਦੀ ਸੈਂਟਰਲ ਐਟਮ ਇਨ BF3 ਇਜ਼। ਅਤੇ ਇੱਥੇ ਵੀ ਅਗੇਨ ਆਪਣੇ ਕੋਲ 4 ਆਪਸ਼ਨ ਦਿੱਤੀਆਂ ਹੋਈਆਂ ਨੇ ABCD। ਤਾਂ ਹੁਣ ਇਹਦੇ ਵਿੱਚ ਅਗਰ ਆਪਾਂ ਆਪਸ਼ਨ ਦੀ ਗੱਲ ਕਰੀਏ ਤਾਂ BF3 ਦੇ ਕੇਸ ਦੇ ਵਿੱਚ ਕਿਹੜੀ ਜਿਓਮੈਟਰੀ ਐਂਡ ਟਾਈਪ ਸਹੀ ਰਹੇਗੀ? BF3 ਦੀ ਸਟਰਕਚਰ ਕਿੱਦਾਂ ਦੀ ਹੁੰਦੀ ਹੈਗੀ? ਟ੍ਰਾਇਗਨਲ ਪਲੇਨਰ ਹੁੰਦੀ ਹੈ, ਅਤੇ sp2 ਇਹਦੀ ਹਾਈਬ੍ਰਿਡਾਈਜੇਸ਼ਨ ਹੋਏਗੀ। ਠੀਕ ਹੈ, ਤਾਂ ਆਪਾਂ ਹਾਈਬ੍ਰਿਡਾਈਜੇਸ਼ਨ ਸੋਲਵ ਕਰਕੇ ਵੀ ਇਹਨੂੰ ਚੈੱਕ ਕਰ ਸਕਦੇ ਹਾਂਗੇ। ਅਤੇ ਇਹਦਾ ਆਨਸਰ ਕੀ ਬਣਿਆ? B ਆਪਸ਼ਨ। ਨੈਕਸਟ ਆ ਗਿਆ ਕੁਐਸਚਨ ਨੰਬਰ 11, ਵਿਚ ਆਫ ਦੀ ਫੋਲੋਇੰਗ ਹੈਜ਼ ਦੀ ਹਾਈਐਸਟ ਡਾਈਪੋਲ ਮੂਵਮੈਂਟ। ਅਤੇ ਇਹਨਾਂ ਸਾਰੇ ਕੇਸਿਸ ਦੇ ਵਿੱਚ ਆਪਾਂ ਇਹ ਚੈੱਕ ਕਰਕੇ ਦੱਸਣਾ ਹੈਗਾ ਕਿ ਡਾਈਪੋਲ ਮੂਵਮੈਂਟ ਹੈ ਜਿਹੜਾ ਉਹ ਕਿਸ ਕੇਸ ਦੇ ਵਿੱਚ ਜ਼ਿਆਦਾ ਰਹੇਗਾ। ਤਾਂ ਇਹ ਦੇਖਿਆ ਜਾਵੇ ਨਾਈਟ੍ਰੋਜਨ, ਫਾਸਫੋਰਸ, ਐਂਟੀਮਨੀ, ਆਰਸੇਨਾਈਡ, ਇਹ ਸਾਰੇ ਕੀ ਨੇਗੇ? ਇੱਕੋ ਹੀ ਫੈਮਿਲੀ ਦੇ ਮੈਂਬਰ ਨੇਗੇ। ਅਤੇ ਇਸ ਕੇਸ ਦੇ ਵਿੱਚ ਜਿਹੜਾ ਡਾਈਪੋਲ ਮੂਵਮੈਂਟ ਹੈ ਉਹ ਕਿਸ ਕੇਸ 'ਚ ਹਾਈਐਸਟ ਹੋਏਗਾ? NH3 ਦੇ ਕੇਸ ਦੇ ਵਿੱਚ। ਨੈਕਸਟ ਆ ਗਿਆ ਕੁਐਸਚਨ ਨੰਬਰ 12,
विच ऑफ द फॉलोइंग हैज़ द जीरो डाइपोल मूवमेंट। तो जीरो डाइपोल मूवमेंट किहड़े केस 'ਚ सही रहेगा, SiF4। SiF4 ਦੀ ਜਿਹੜੀ ਸਟਰਕਚਰ ਹੁੰਦੀ ਹੈਗੀ ਉਹ ਕੀ ਹੋਏਗੀ, ਪਲੇਨਰ ਹੋਏਗੀ। ਤਾਂ ਇੱਕ ਦੂਜੇ ਦੇ ਇਫੈਕਟ ਨੂੰ ਕੀ ਕਰੂਗਾ, ਉਹ ਕੈਂਸਲ ਆਊਟ ਕਰ ਦੂਗਾ। ਇੱਕ ਫਲੋਰੀਨ ਹੈ ਜਿਹੜਾ ਦੂਸਰੇ ਫਲੋਰੀਨ ਦੇ ਇਫੈਕਟ ਨੂੰ ਕੈਂਸਲ ਕਰ ਦੂਗਾ, ਤੇ ਦੂਸਰਾ ਫਲੋਰੀਨ ਥਰਡ ਫਲੋਰੀਨ ਫੋਰਥ ਫਲੋਰੀਨ ਦੇ ਓਪੋजिट ਹੋਣ ਦੀ ਵਜ੍ਹਾ ਕਰਕੇ ਇੱਕ ਦੂਜੇ ਦੇ ਇਫੈਕਟ ਨੂੰ ਕੈਂਸਲ ਆਊਟ ਕਰਕੇ ਜ਼ੀਰੋ ਡਾਈਪੋਲ ਮੂਵਮੈਂਟ ਦੇਗਾ। ਨੈਕਸਟ ਆ ਗਿਆ ਵਿਚ ਆਫ ਦੀ ਫੋਲੋਇੰਗ ਕੰਪਾਊਂਡ ਹੈਜ਼ sp2 ਹਾਈਬ੍ਰਿਡਾਈਜੇਸ਼ਨ। ਤੇ ਇਸ ਕੇਸ ਦੇ ਵਿੱਚ ਆਪਾਂ ਇਹ ਚੈੱਕ ਕਰਨਾ ਕਿ sp2 ਹਾਈਬ੍ਰਿਡਾਈਜੇਸ਼ਨ ਕਿਹਦੀ ਹੋਏਗੀ, ਤੇ ਬਹੁਤ ਈਜ਼ੀ ਹੈ ਹਾਈਬ੍ਰਿਡਾਈਜੇਸ਼ਨ ਦੇ ਬੇਸ 'ਤੇ ਸੋਲਵ ਕਰਨਾ। ਤਾਂ ਇਹਦੇ ਵਿੱਚ ਆਪਸ਼ਨ ਨੰਬਰ ਜਿਹੜਾ B ਹੈ ਜਿਹੜਾ ਉਹ ਰਾਈਟ ਆਂਸਰ ਬਣ ਰਿਹਾ। ਨੈਕਸਟ ਆ ਗਿਆ ਕੁਐਸਚਨ ਨੰਬਰ 14, ਦ ਮੋਲੀਕਿਊਲ ਹੈਵਿੰਗ ਹਾਈਐਸਟ ਪਰਸੈਂਟੇਜ ਸਾਈਨਿਕ ਕਰੈਕਟਰ ਇਜ਼। ਤਾਂ ਕਿਹੜੇ ਕੇਸ ਦੇ ਵਿੱਚ ਸਭ ਤੋਂ ਜ਼ਿਆਦਾ ਆਇਨਿਕ ਕਰੈਕਟਰ ਹੋਏਗਾ, ਜਿਸ ਕੇਸ ਦੇ ਵਿੱਚ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਸਭ ਤੋਂ ਜ਼ਿਆਦਾ ਹੈ। ਤਾਂ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਕਿਹੜਾ ਹੁੰਦਾ, ਫਲੋਰੀਨ। ਮੋਸਟ ਇਲੈਕਟ੍ਰੋਪੋਜ਼ਿਟਿਵ ਕਿਹੜਾ ਹੁੰਦਾ, ਹਾਈਡਰੋਜਨ। ਤੇ HF ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਆਇਨਿਕ ਕਰੈਕਟਰ ਸ਼ੋ ਕਰੇਗਾ। ਦੈਟਸ ਵਾਈ ਦਾ ਆਂਸਰ ਇਜ਼ ਦੀ ਆਪਸ਼ਨ ਨੰਬਰ D। ਨੈਕਸਟ ਹੈ ਕਿ ਕੁਐਸਚਨ ਨੰਬਰ 15, ਦ ਮੋਲੀਕਿਊਲ ਦੈਟ ਵਿਲ ਹੈਵ ਨੋ ਡਾਈਪੋਲ ਮੂਵਮੈਂਟ। ਤੇ ਨਾ ਕੇਸਿਸ ਦੇ ਵਿੱਚੋਂ ਚਾਰ ਜਿਹੜੇ ਆਪਾਂ ਨੂੰ ਆਪਸ਼ਨਸ ਦਿੱਤੀਆਂ ਹੋਈਆਂ ਨੇ, ਇਸ ਕੇਸ ਦੇ ਵਿੱਚ ਆਪਾਂ ਚੈੱਕ ਕਰਕੇ ਦੱਸਣਾ ਵੀ ਕਿਸ ਕੇਸ ਦੇ ਵਿੱਚ ਡਾਈਪੋਲ ਮੂਵਮੈਂਟ ਹੈ ਜਿਹੜਾ ਉਹ ਬਿਲਕੁਲ ਵੀ ਨਹੀਂ ਹੋਏਗਾ। ਤੇ ਇਹਦਾ ਆਂਸਰ ਜੋ ਬਣ ਰਿਹਾ ਦੈਟ ਇਜ਼ ਦੀ ਆਪਸ਼ਨ ਨੰਬਰ A। ਆਪਾਂ ਇਹਨੂੰ ਕੀ ਹੈਗਾ ਡਰਾ ਕਰਕੇ ਦੇਖ ਸਕਦੇ ਹਾਂ। ਡਰਾ ਕਰਾਂਗੇ ਤਾਂ 2,2 ਡਾਈਮਿਥਾਈਲ ਪ੍ਰੋਪੀਨ। 2,2 ਡਾਈਮਿਥਾਈਲ ਪ੍ਰੋਪੀਨ ਦੇ ਵਿੱਚ ਕੀ ਹੋਊਗਾ, ਜਿਹੜਾ ਦਾ ਡਾਈਪੋਲ ਮੂਵਮੈਂਟ ਦਾ ਇਫੈਕਟ ਹੈ ਉਹ ਕੀ ਹੋਊਗਾ, ਕੈਂਸਲ ਆਊਟ ਹੋ ਕੇ ਜ਼ੀਰੋ ਦੇ ਦੂਗਾ। ਨੈਕਸਟ ਆ ਗਿਆ ਕੁਐਸਚਨ ਨੰਬਰ 16, ਜਿਓਮੈਟਰੀ ਆਫ H2S ਐਂਡ ਇਟਸ ਡਾਈਪੋਲ ਮੂਵਮੈਂਟ ਆਰ। H2S ਦੀ ਜਿਓਮੈਟਰੀ ਕੀ ਹੋਏਗੀ, ਐਂਗੂਲਰ ਹੋਏਗੀ, ਐਂਡ ਜਿਹੜਾ ਦਾ ਡਾਈਪੋਲ ਮੂਵਮੈਂਟ ਹੋਊਗਾ ਉਹ ਕੀ ਹੋਏਗਾ, ਨॉन ਜ਼ੀਰੋ ਹੋਏਗਾ। ਬਿਕੋਜ਼ ਜਿਹੜਾ H2S ਹੈਗਾ ਉਹ ਬਿਲਕੁਲ H2O ਦੀ ਤਰ੍ਹਾਂ ਹੀ ਬਿਹੇਵ ਕਰਦਾ ਹੈਗਾ। ਦੈਟਸ ਵਾਈ ਇਹਦੀ ਜਿਓਮੈਟਰੀ ਵੀ ਕਿਸ ਤਰ੍ਹਾਂ ਦੀ ਹੁੰਦੀ ਹੈਗੀ, ਬਿਲਕੁਲ ਐਂਗੂਲਰ ਹੁੰਦੀ ਹੈ। ਨੈਕਸਟ ਆ ਗਿਆ ਕੁਐਸਚਨ ਨੰਬਰ 17, ਦ ਹਾਈਬ੍ਰਿਡਾਈਜੇਸ਼ਨ ਆਫ ਐਟੋਮਿਕ ਔਰਬਿਟਲਸ ਆਫ ਨਾਈਟ੍ਰੋਜਨ ਇਨ ਦੀਜ਼ ਮੋਲੀਕਿਊਲਸ। ਤੇ ਇਸ ਕੇਸ ਦੇ ਵਿੱਚ ਮੰਨ ਲਓ NO2 ਪੋਜ਼ੀਟਿਵ ਹੈ, ਤੇ NO2 ਪੋਜ਼ੀਟਿਵ ਦੇ ਵਿੱਚ ਨਾਈਟ੍ਰੋਜਨ ਦੀ ਜਿਹੜੀ ਹਾਈਬ੍ਰਿਡਾਈਜੇਸ਼ਨ ਹੈ ਉਹ ਕਿੰਨੀ ਹੋਏਗੀ। ਤੇ ਇਸ ਕੇਸ ਦੇ ਵਿੱਚ ਜਿਹੜੀ ਹਾਈਬ੍ਰਿਡਾਈਜੇਸ਼ਨ ਹੋਏਗੀ ਉਹ ਹੋਗੀ SP। NO3 ਮਾਈਨਸ ਦੇ ਕੇਸ 'ਚ SP2, NH4 ਪੋਜ਼ੀਟਿਵ ਦੇ ਕੇਸ 'ਚ SP3। ਦਿਸ ਮੀਨਸ B ਆਪਸ਼ਨ ਹੈ ਜਿਹੜਾ ਇਸ ਕੇਸ ਦੇ ਵਿੱਚ ਰਾਈਟ ਆਂਸਰ ਹੋਏਗਾ। ਕੁਐਸਚਨ ਨੰਬਰ 18, ਤੇ ਇਹਦੇ ਵਿੱਚ ਕੀ ਦਿੱਤਾ ਹੋਇਆ, ਮੋਲੀਕਿਊਲਸ ਹੈਵਿੰਗ ਸ਼ੇਪ ਆਫ SF4, CF4 and xenon tetrafluoride. The answer of this question is option number D, different with 1, 2, 0, 2 lone pair of electrons respectively. Next आ गया question number 19, the correct order of hybridization of the central atom in the following species is NH3, PTCl42 minus, PCl5 and BCl3। ਤਾਂ ਅਗਰ ਆਪਾਂ ਇਹਦੇ ਵਿੱਚ ਚੈੱਕ ਕਰੀਏ ਤਾਂ ਇਹਦੇ ਵਿੱਚ ਆਪਣਾ ਜਿਹੜਾ ਆਂਸਰ ਬਣੇਗਾ NH3 ਦੇ ਕੇਸ 'ਚ ਕਿਹੜੀ ਹੁੰਦੀ ਹੈ, SP3 ਹੁੰਦੀ ਹੈ। ਨੈਕਸਟ ਵਾਲੇ 'ਚ ਕੀ ਹੁੰਦੀ ਹੈ, DSP2। ਨੈਕਸਟ ਵਾਲੇ 'ਚ ਕੀ ਹੁੰਦੀ ਹੈ, DSP3 ਐਂਡ ਜਿਹੜਾ BCl3 ਇਸ ਕੇਸ 'ਚ ਕੀ ਹੋਏਗੀ, SP2। ਨੈਕਸਟ ਆ ਗਿਆ ਅਮੰਗ ਦੀ KO2, Al2O ਮਾਈਨਸ, Ba2, NO2 ਪੋਜ਼ੀਟਿਵ ਅਨਪੇਅਰਡ ਇਲੈਕਟ੍ਰੋਨ ਇਜ਼ ਪ੍ਰੈਜ਼ੈਂਟ ਇਨ। ਤਾਂ ਅਨਪੇਅਰਡ ਇਲੈਕਟ੍ਰੋਨ ਕਿਹੜੀ ਕੇਸ 'ਚ ਸਭ ਤੋਂ ਜ਼ਿਆਦਾ ਪੋਸੀਬਲ ਹੋਣਗੇ, ਦੈਟ ਇਜ਼ ਦੀ KO2 ਓਨਲੀ, ਦੈਟ ਇਜ਼ ਦੀ C ਆਪਸ਼ਨ। ਵਿਚ ਆਫ ਦੀ ਫੋਲੋਇੰਗ ਮੋਲੀਕਿਊਲ ਵਿਲ ਫॉर्म ਅ ਲੀਨੀਅਰ ਪੋਲੀਮੈਰਿਕ ਸਟਰਕਚਰ ਡਿਊ ਟੂ ਹਾਈਡਰੋਜਨ ਬੌਂਡਿੰਗ। ਤੇ ਲੀਨੀਅਰ ਕਿਸ ਕੇਸ 'ਚ ਬਣੇਗੀ, HF ਦੇ ਕੇਸ ਦੇ ਵਿੱਚ ਲੀਨੀਅਰ ਬਣੇਗੀ। HCl ਜਿਹੜਾ ਹੋਏਗਾ ਉਹ ਕੀ ਹੋਏਗਾ, HCl ਦੇ ਕੇਸ ਦੇ ਵਿੱਚ ਵੀ ਲੀਨੀਅਰ ਨਹੀਂ ਬਣਦੀ। H2O ਦੇ ਕੇਸ 'ਚ ਤਾਂ ਪਹਿਲਾਂ ਹੀ ਆਲਰੇਡੀ ਬੈਂਟ ਹੁੰਦੀ ਹੈ, ਐਂਡ NH3 ਦੇ ਕੇਸ ਦੇ ਵਿੱਚ ਵੀ ਪਿਰਾਮਿਡ ਬਣਦੀ ਹੈ। ਨੈਕਸਟ ਹੈਗਾ ਵਿਚ ਆਫ ਦੀ ਫੋਲੋਇੰਗ 2 ਆਈਸੋ ਸਟਰਕਚਰਲ। ਇਹਨਾਂ ਦੇ ਵਿੱਚੋਂ ਆਈਸੋ ਸਟਰਕਚਰਲ ਕਿਹੜਾ ਬਣੇਗਾ, ਦੈਟ ਇਜ਼ ਦੀ ਆਪਸ਼ਨ ਨੰਬਰ A। ਨੈਕਸਟ ਅਗੇਨ ਵਿਚ ਆਫ ਦੀ ਫੋਲੋਇੰਗ ਸਪੀਸੀਜ਼ ਇਜ਼ ਦੀ ਅੰਡਰਲਾਈਨ ਕਾਰਬਨ ਹੈਵਿੰਗ SP3 ਹਾਈਬ੍ਰਿਡਾਈਜੇਸ਼ਨ। ਤਾਂ ਆਪਾਂ ਇਹਦੇ ਵਿੱਚ ਜਸਟ ਇਹ ਚੈੱਕ ਕਰਨਾ ਕਿ SP3 ਹਾਈਬ੍ਰਿਡਾਈਜੇਸ਼ਨ ਕਿਸ ਕੇਸ 'ਚ ਹੋਏਗੀ, ਦੈਟ ਇਜ਼ ਦੀ ਆਪਸ਼ਨ ਨੰਬਰ B। ਨੈਕਸਟ ਆ ਗਿਆ ਕੁਐਸਚਨ ਨੰਬਰ 24, ਇਨ ਵਿਚ ਆਫ ਦੀ ਫੋਲੋਇੰਗ ਦ ਬੌਂਡ ਐਂਗਲ ਇਜ਼ ਮੈਕਸਿਮਮ। ਤੇ ਇਸ ਕੇਸ ਦੇ ਵਿੱਚ NH4 ਪੋਜ਼ੀਟਿਵ ਹੈ ਜਿਹੜਾ ਇਹਦਾ ਰਾਈਟ ਆਂਸਰ ਬਣੇਗਾ। ਓਕੇ, ਥੈਂਕ ਯੂ। ਨੈਵਰ ਫॉरगेट टू लाइक, सब्सक्राइब एंड शेयर। गुड बाय।